ਕਾਰਨ ਕੀ ਲੱਗਦਾ ਵੀ ਕਿਉਂ ਇਹ ਝੋਨਾ ਸਾਰਾ ਖਰਾਬ ਹੋਇਆ ਕਿ ਫਸਲ ਦੇ ਵਿੱਚ ਖਰਾਬੀ ਹੈ? ਸਾਨੂੰ ਤਾਂ ਇਹੀ ਲੱਗਦਾ ਵੀ ਬੀਜ 'ਚ ਖਰਾਬੀ ਹੈ। 30 ਕਿੱਲੇ ਜ਼ਮੀਨ ਦੇ ਆ ਜੀ ਇੱਥੇ, ਜਿਹੜੇ 40,000 ਤੋਂ ਲੈ ਕੇ 35,000 ਤੋਂ ਲੈ ਕੇ 40 ਤੱਕ ਠੇਕੇ ਤੇ ਆ। ਉਹਨਾਂ ਚੋਂ ਘੱਟੋ ਘੱਟ 25 ਕਿੱਲੇ ਬਿਲਕੁਲ ਜ਼ੀਰੋ ਹੋ ਗਏ। ਦੇਖੋ ਜ਼ਿਮੀਂਦਾਰ ਦਾ ਕਿੱਤਾ ਕੋਈ ਨਹੀਂ ਹੈ, ਕੋਈ ਸਰਕਾਰੀ ਨੌਕਰੀ ਨਹੀਂ, ਠੀਕ ਹੈ ਜੀ, ਕੋਈ ਸਾਨੂੰ ਹੋਰ ਭੱਤਾ ਨਹੀਂ ਮਿਲਦਾ। ਜਿਹੜੇ ਲੋਕ ਐਡੇ ਅੰਬਾਨੀ ਅਡਾਨੀਆਂ ਵਰਗੇ, ਵਿਜੇ ਮਾਲੀਆ ਵਰਗੇ ਸਰਕਾਰ ਤੋਂ ਕਰਜ਼ਾ ਲੈ ਕੇ ਨੱਠ ਜਾਂਦੇ, ਉਹਦਾ ਵੀ ਤਾਂ ਸਰਕਾਰ ਚੱਲ ਰਹੀ, ਸਾਨੂੰ ਵੀ ਮੁਆਵਜ਼ਾ ਦੇਣਾ ਸਰਕਾਰ ਦਾ ਕਿਉਂ ਨਹੀਂ ਬਣਦਾ? ਵੀ ਜ਼ਿਮੀਂਦਾਰ ਜਿਹਨੇ ਜ਼ਮੀਨ ਠੇਕੇ ਤੇ ਲਈ ਹੋਵੇ, ਲੱਖਾਂ ਰੁਪਇਆ ਠੇਕੇ ਜਿਹਦੇ ਤੋਂ ਜ਼ਮੀਨ ਲਈ ਆ ਉਹਨੂੰ ਵੀ ਠੇਕੇ ਦਾ ਦੇਣਾ ਕਿ ਨਹੀਂ ਭਾਈ? 10 ਅਮਰ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਹੈ। ਅੱਜ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਖਰੜ ਹਲਕੇ ਦੇ ਪਿੰਡ ਫਿਰੋਜ਼ਪੁਰ ਬੰਗਰ ਦੀਆਂ। ਕਿਸਾਨ ਕਿਉਂ ਖੁਦਕੁਸ਼ੀ ਕਰਦਾ, ਤਸਵੀਰਾਂ ਤੁਹਾਡੇ ਸਾਹਮਣੇ ਨੇ। ਜਦੋਂ ਖੜੀ ਫਸਲ ਦੇ ਉੱਤੇ ਸੁਹਾਗਾ ਫੇਰਨਾ ਪੈ ਜੇ, ਹੱਲਾਂ ਫੇਰਨੀਆਂ ਪੈ ਜਾਣ, ਖੜੀ ਫਸਲ ਜੋ ਕਿ ਲੱਖਾਂ ਦੀ ਫਸਲ ਤਬਾਹ ਹੋ ਜਾਵੇ, ਕੀ ਕਾਰਨ ਹੈ ਤੁਸੀਂ ਦੇਖ ਸਕਦੇ ਹੋ। ਕਿੱਡੀ ਵੱਡੀ ਫਸਲ, ਕਿੰਨੀ ਉੱਚੀ ਜਿਹੜੀ ਫਸਲ ਹੋਈ ਹੈ। 3-4 ਮਹੀਨੇ ਪਹਿਲਾਂ ਇਹ ਫਸਲ ਉਗਾਈ ਗਈ ਸੀਗੀ। ਕੀ ਕਾਰਨ ਸੀ ਜਿਸ ਕਰਕੇ ਅੱਜ ਇਹਨਾਂ ਨੂੰ ਇਹ ਫਸਲ ਸਾਰੀ ਵਾਹੁਣੀ ਪੈ ਰਹੀ ਹੈ? ਕਿਉਂਕਿ ਫਸਲ ਦੇ 1 ਮਹੀਨਾ ਹੋਰ ਸੀਗਾ, ਜਿਸ ਤੋਂ ਬਾਅਦ ਇਹਦੇ ਵਿੱਚੋਂ ਝੋਨਾ ਜਿਹੜਾ ਕਿ ਨਿਕਲਣਾ ਸੀਗਾ, ਛਾਂਟੀ ਕੀਤੀ ਜਾਣੀ ਸੀਗੀ, ਪਰ ਸਾਰੀ ਫਸਲ ਜੋ ਕਿ ਇੱਥੇ ਇਹਨਾਂ ਨੂੰ ਵਾਹੁਣੀ ਪੈ ਰਹੀ ਹੈ। ਗੱਲਬਾਤ ਕਰਾਂਗੇ, ਪਿੰਡ ਦੇ ਮੋਹਤਬਾਰ ਬੰਦੇ ਨੇ ਸਾਡੇ ਨਾਲ। ਬਾਪੂ ਜੀ ਕੀ ਨਾਮ ਹੈ ਜੀ ਆਪਣਾ? ਆਪਣਾ ਲਖਵੀਰ ਸਿੰਘ ਹੈ ਜੀ। ਕਿਵੇਂ ਦੇਖਦੇ ਹੋ ਇਹ ਕਿਉਂ ਫਸਲ ਵਾਹੁਣੀ ਕਿਉਂ ਪੈ ਰਹੀ ਹੈ, ਕਾਰਨ ਕੀ ਹੈ? ਫਸਲ ਹੁਣ ਬਰਬਾਦ ਹੋ ਗਈ ਜੀ ਸਾਰੀ, ਖਰਚੇ ਇੰਨਾ ਪੱਲੇ ਤੇ ਹੋ ਲਿਆ ਜੀ ਸਾਰਾ। ਦਵਾਈਆਂ ਸਾਰੀਆਂ ਪਾ ਲਈਆਂ, ਸਾਰਾ ਕੁਝ ਕਰਕੇ ਦੇਖ ਲਿਆ ਸੀ, ਇਹਦਾ ਕੋਈ ਹੱਲ ਨਹੀਂ ਹੋ ਰਿਹਾ ਜੀ। ਇਹ ਹੈ ਕਿਹੜੀ ਹੈ ਫਸਲ, ਹੈ ਕੀ ਹੈ? ਝੋਨਾ ਕਿਹੜਾ ਝੋਨਾ ਹੈ? ਆ ਕਿਹੜਾ ਬੀਜ ਇਹਨਾਂ ਦਾ? 121 ਦੱਸਦੇ ਪਏ। ਹਾਂਜੀ। ਪਰ ਕਾਰਨ ਕੀ ਲੱਗਦਾ ਵੀ ਕਿਉਂ ਇਹ ਝੋਨਾ ਸਾਰਾ ਖਰਾਬ ਹੋਇਆ, ਕਿ ਫਸਲ ਦੇ ਵਿੱਚ ਖਰਾਬੀ ਹੈ? ਸਾਨੂੰ ਤਾਂ ਇਹੀ ਲੱਗਦਾ ਵੀ ਬੀਜ 'ਚ ਖਰਾਬੀ ਹੈ ਜੀ ਕੋਈ, ਜਿਹੜੀ ਇਹ 121 ਵਾਲੀ ਜ਼ਿਆਦਾ ਖਰਾਬ ਹੋਈ ਹੈ ਜੀ, ਸਭ ਦੀ ਫਸਲ ਜਿੰਨੀ ਹੋਈ ਹੈ ਇਹ। ਬੀਜ ਵੀ ਸਾਰਾ ਯੂਨੀਵਰਸਿਟੀ ਤੇ ਆਇਆ ਵਾ, ਨਾਲ ਇਹ ਵੀ ਨਹੀਂ ਕਿ ਪ੍ਰਾਈਵੇਟ ਤੇ ਲਿਆ ਹੋਇਆ। ਤੇ ਤਕਰੀਬਨ ਕਿੰਨੇ ਕਿੱਲੇ ਜ਼ਮੀਨ ਹੈ ਜਿਹੜੀ ਅੱਜ ਵਾਹੀ ਜਾ ਰਹੀ ਹੈ? ਇਹਨਾਂ ਦੇ 25 ਕਿੱਲੇ ਆ ਜੀ ਇਹ, ਜਿਹੜੇ ਖਰਾਬ ਹੋ ਗਏ ਇਦਾਂ। ਤੇ ਕਹਿੰਦੇ ਇਹਨਾਂ ਨੇ ਮਤਲਬ ਲਈ ਵੀ ਠੇਕੇ ਤੇ ਸੀ। ਕਿਤੇ ਲਈ ਵੀ ਹੈ ਜ਼ਮੀਨ ਸਾਰੀ। 5-4 ਲੱਖ ਰੁਪਏ ਪਹਿਲਾਂ ਪੱਲੇ ਤੇ ਖਰਚਾ ਆ ਲਿਆ ਜੀ, ਬਾਕੀ 40,000 ਕਿੱਲਾ ਠੇਕੇ ਦਾ ਜੀ। ਤੇ ਸੋ ਹੋਰ ਵੀ ਕਿਸੇ ਨਾਲ ਕਿੰਨਾ ਖਰਚਾ ਹੋ ਲਿਆ ਜੀ ਬੰਦੇ ਦਾ, ਮਤਲਬ ਲੇਬਰਾਂ ਲਾ ਕੇ ਸਾਰਾ ਕੁਝ, ਬੀਜ ਲਾ ਕੇ, ਤੇਲ ਲਾ ਕੇ, ਲੱਖਾਂ ਰੁਪਇਆ ਖਰਚਾ ਹੋ ਚੁੱਕਾ ਜੀ ਬੰਦਿਆਂ ਦਾ। ਤੇ ਇੱਕ ਵਾਰੀ ਤੁਹਾਨੂੰ ਮੁੜ ਕੇ ਤਸਵੀਰਾਂ ਦਿਖਾਵਾਂਗੇ। ਜਿੱਦਾਂ ਫਸਲ ਨੂੰ ਬੀਜਿਆ ਜਾਂਦਾ ਹੈ, ਜਿੱਦਾਂ ਜ਼ਮੀਨ ਨੂੰ ਪਹਿਲਾਂ ਵਾਹਿਆ ਜਾਂਦਾ ਆ, ਪੌਦ ਲਾਉਣ ਵਾਸਤੇ ਜ਼ਮੀਨ ਖੜੀ ਕੀਤੀ ਜਾਂਦੀ ਹੈ, ਦਿਨ ਰਾਤ ਪਾਣੀ ਲਾਇਆ ਜਾਂਦਾ ਹੈ, ਪਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਵੀ ਉਸੇ ਤਰ੍ਹਾਂ ਜ਼ਮੀਨ ਨੂੰ ਹੁਣ ਵਾਹਿਆ ਜਾ ਰਿਹਾ ਹੈ। ਬਿਲਕੁਲ ਜ਼ਮੀਨ ਜੋ ਕਿ ਖਤਮ ਹੋ ਰਹੀ ਹੈ। ਕਿਉਂ ਹੋ ਰਹੀ ਹੈ? ਤਸਵੀਰਾਂ ਤੁਹਾਡੇ ਸਾਹਮਣੇ ਨੇ, ਤਸਵੀਰਾਂ ਤੁਸੀਂ ਦੇਖ ਸਕਦੇ ਹੋ। ਟਰੈਕਟਰ ਵਾਹਿਆ ਜਾ ਰਿਹਾ ਆ, ਜੋ ਵੀ ਹੈ। ਗੱਲਬਾਤ ਕਰਾਂਗੇ। ਭਾਜੀ ਕੀ ਨਾਮ ਹੈ ਜੀ ਆਪਣਾ? ਮੇਰਾ ਨਾਮ ਸਰਬਜੀਤ ਸਿੰਘ ਹੈ ਜੀ। ਕੀ ਕਾਰਨ ਹੈ ਜੀ ਅੱਜ ਇੰਨੀ ਮਹਿੰਗੀ ਭਾਅ ਦੀ ਠੇਕੇ ਤੇ ਜ਼ਮੀਨ ਲੈ ਕੇ ਵਾਹੀ ਜਾ ਰਹੀ ਹੈ? ਕਾਰਨ ਇਹ ਹੈ ਜੀ, ਦੇਖੋ, ਇੱਕ ਤਾਂ ਸਾਡੀਆਂ ਸਰਕਾਰਾਂ ਜਿਹੜੀਆਂ ਇਹ ਸਖਤਾਈ ਨਹੀਂ ਵਰਤੀਆਂ, ਬੀਜਾਂ ਵਾਲੇ ਸਾਰੇ ਡੁਪਲੀਕੇਟ ਚੱਲਦਾ, ਸਪਰੇਹਾਂ ਹੋ ਗਈਆਂ, ਇਹ ਵੀ ਸਾਡੇ ਹਿਸਾਬ ਨਾਲ ਸਾਨੂੰ ਸਹੀ ਨਹੀਂ ਮਿਲ ਰਹੀਆਂ। ਦੇਖੋ ਜ਼ਿਮੀਂਦਾਰ ਦਾ ਕਿੱਤਾ ਕੋਈ ਨਹੀਂ ਹੈ, ਕੋਈ ਸਰਕਾਰੀ ਨੌਕਰੀ ਨਹੀਂ, ਠੀਕ ਹੈ ਜੀ, ਕੋਈ ਸਾਨੂੰ ਹੋਰ ਭੱਤਾ ਨਹੀਂ ਮਿਲਦਾ। ਜ਼ਿਮੀਂਦਾਰ ਕੋ ਕਹਿ ਦਿੰਦੇ ਵੀ ਖੇਤੀ ਹੈ, ਜ਼ਮੀਨ ਹੈ। ਜ਼ਮੀਨ ਦਾ ਹੁਣ ਦੱਸੋ ਕਿਆ ਕਰੀਏ? ਇਹ 4 ਮਹੀਨੇ ਫਸਲ ਪਾਲ ਕੇ ਹੁਣ 2 ਮਹੀਨੇ ਇਹਨੂੰ ਵੱਢ ਕੇ ਇਹਨੂੰ ਆਉਣਾ ਸੀਗਾ, ਚਲੋ ਵੀ ਮਾੜਾ ਜਿਹਾ ਹੌਸਲਾ ਹੁੰਦਾ ਵੀ ਫਸਲ ਆ ਜਾਣੀ ਸਾਡੀ। ਜਿਹੜਾ ਕਰਜ਼ਾ ਲਿਆ ਹੋਇਆ, ਬੀਜ ਚੱਕੇ ਹੋਏ ਆ, ਰੇਹਾਂ ਸਪਰੇਆਂ ਚੱਕੀਆਂ ਹੋਈਆਂ, ਉਹਨਾਂ ਨੂੰ ਅਸੀਂ ਉਹ ਸਾਡੇ ਨਾਲ ਕੋਆਪਰੇਟ ਕਰ ਲੈਣੇ ਵੀ ਤੁਸੀਂ ਵੱਢ ਕੇ ਦੇ ਦਿਓ। ਹੁਣ ਸਾਡੀ ਵੱਢਣ ਜੋਗੀ ਨਹੀਂ ਰਹੀ। 30 ਕਿੱਲੇ ਜ਼ਮੀਨ ਦੇ ਆ ਜੀ ਇੱਥੇ, ਜਿਹੜੇ 40,000 ਤੋਂ ਲੈ ਕੇ 35,000 ਤੋਂ ਲੈ ਕੇ 40 ਤੱਕ ਠੇਕੇ ਤੇ ਆ। ਉਹਨਾਂ ਚੋਂ ਘੱਟੋ ਘੱਟ 25 ਕਿੱਲੇ ਬਿਲਕੁਲ ਜ਼ੀਰੋ ਹੋ ਗਏ। 40 ਕਿੱਲੇ 40,000 ਰੁਪਇਆ ਠੇਕਾ ਹੋ ਗਿਆ। ਉਸ ਤੋਂ ਉਪਰੰਤ ਘੱਟੋ ਘੱਟ 30-40,000 38,000 ਰੁਪਇਆ ਠੇਕਾ ਖਰਚਾ ਬਣਦਾ ਲਵਾਈ ਦਾ, ਜਿਹਦੇ 'ਚ 4,000-4500 ਲਵਾਈ ਹੋ ਗਈ, ਦਵਾਈਆਂ ਹੋ ਗਈਆਂ, ਆਪਣੀਆਂ ਦਿਹਾੜੀਆਂ ਹੋ ਗਈਆਂ, ਟਰੈਕਟਰ ਦਾ ਡੀਜ਼ਲ ਹੋ ਗਿਆ, ਉਹ ਜ਼ੀਰੋ ਹੋ ਗਿਆ ਬਿਲਕੁਲ ਇਹ ਸਭ। ਤੇ ਇਹ ਤਾਂ ਮਤਲਬ ਇੱਕ ਕਹਿੰਦੇ ਕਿਸਾਨ ਮਰਦਾ ਹੀ ਤਾਂ ਆ। ਹੁਣ ਜਿਵੇਂ ਕਹਿੰਦੇ ਠੇਕੇ ਤੇ ਫਸਲ ਲਈ ਹੋਈ ਹੈ, ਆਪ ਦੀ ਹੋਵੇ, ਕਿਉਂਕਿ ਠੇਕੇ ਵਾਲੇ ਨੂੰ ਵੀ ਤਾਂ ਪੈਸੇ ਦੇਣੇ ਆ। ਨਹੀਂ, ਠੇਕੇ ਦੇਖੋ, ਠੇਕੇ ਵਾਲੇ ਨੂੰ ਤਾਂ ਉਹਦਾ ਵੀ ਗੁਜ਼ਾਰਾ ਜ਼ਮੀਨ ਤੇ ਚੱਲਦਾ, ਉਹਨੂੰ ਵੀ ਦੇਣੇ ਪਊਗੇ। ਉਸ ਤੋਂ ਬਾਅਦ ਜਿਹੜਾ ਹੁਣ ਇਹ ਕਰਜ਼ਾ ਏ, ਜ਼ਮੀਨਾਂ, ਕੋਈ ਜ਼ਿਮੀਂਦਾਰ ਨਹੀਂ ਆ ਜਾਊਗਾ ਜਿਹਦੇ 10-20 ਲੱਖ ਰੁਪਏ ਖਰਚਾ ਨਾ ਹੋਵੇ। ਕਰਜ਼ਾ ਤਾਂ ਉੱਥੋਂ ਦਾ ਉੱਥੋਂ ਹੋ ਗਿਆ। ਜਿਹੜਾ ਹੁਣ ਇਹ ਸਾਲ ਕਰਜ਼ਾ ਚੜ੍ਹਨਾ 5-10 ਲੱਖ ਰੁਪਏ ਉਹ ਐਕਸਟਰਾ ਹੋ ਗਿਆ। ਮੁੜ ਕੇ ਸਰਕਾਰਾਂ ਕਹਿੰਦੀਆਂ ਵੀ ਕੁਦਰਤੀ ਆਫਤ ਹੈ। ਜਿਹੜੇ ਲੋਕ ਐਡੇ ਅੰਬਾਨੀ ਅਡਾਨੀਆਂ ਵਰਗੇ, ਵਿਜੇ ਮਾਲੀਆ ਵਰਗੇ ਸਰਕਾਰ ਤੋਂ ਕਰਜ਼ਾ ਲੈ ਕੇ ਨੱਠ ਜਾਂਦੇ, ਉਹਦਾ ਵੀ ਤਾਂ ਸਰਕਾਰ ਚੱਲ ਰਹੀ, ਸਾਨੂੰ ਵੀ ਮੁਆਵਜ਼ਾ ਦੇਣਾ ਸਰਕਾਰ ਦਾ ਕਿਉਂ ਨਹੀਂ ਬਣਦਾ? ਜੇ ਕਿਸੇ ਤੇ ਭੀੜ ਹੈ
ਅਸੀਂ ਵੀ ਪੰਜਾਬ ਦੇ ਵਸਨੀਕ ਹੈ, ਸਾਨੂੰ ਵੀ ਮਾੜਾ ਮੋਟਾ ਇਹਦਾ ਖਰਚਾ ਤਾਂ ਚਾਹੀਦਾ ਹੀ ਹੈ। ਸੋ ਇੱਕ ਵਾਰੀ ਫਿਰ ਤੋਂ ਤੁਹਾਨੂੰ ਤਸਵੀਰਾਂ ਦਿਖਾਣੀਆਂ ਚਾਹਾਂਗੇ ਕਿਸ ਤਰ੍ਹਾਂ ਟਰੈਕਟਰ ਖੇਤ ਦੇ ਵਿੱਚ ਵਾੜਿਆ ਹੋਇਆ ਹੈ। ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਦੀ ਜ਼ਮੀਨ ਹੈ। ਗੁਰਜੰਟ ਜੀ ਸਾਡੇ ਨਾਲ ਨੇ। ਭਾਜੀ ਕਿਵੇਂ ਦੇਖਦੇ ਹੋ ਤੁਸੀਂ, ਬੜਾ ਦਿਲ ਤੇ ਪੱਥਰ ਰੱਖ ਕੇ ਅੱਜ ਫਸਲ ਜਿਵੇਂ ਬੀਜੀ ਸੀ ਉਦਾਂ ਹੀ ਵਾਹ ਰਹੇ ਹੋ ਤੇ ਉੱਪਰੋਂ ਤੁਸੀਂ ਠੇਕੇ ਤੇ ਲਈ ਹੋਈ ਹੈ। ਹਾਂਜੀ ਹਾਂਜੀ, ਕੀ ਕਰਾਂ ਜੀ, ਮਜਬੂਰ ਹੋਏ ਹੋਏ ਆ, ਮਜਬੂਰ ਹੋ ਕੇ ਬਾਹਰ ਰਹੇ ਜੀ। ਕੀ ਲੱਗਦਾ ਵੀ ਇਹ ਕੋਈ ਬੀਜ ਦੇ ਵਿੱਚ ਕਮੀ ਰਹਿ ਗਈ ਕਿਤੇ? ਦੇਖੋ ਬੀਜਾਂ ਵਿੱਚ ਹੀ ਹੋ ਸਕਦੀ ਜੀ, ਹੋਰ ਤਾਂ ਕੋਈ ਨਹੀਂ ਹੈ। ਅਸੀਂ ਤਾਂ ਆਪਣੇ ਜਾਂ ਸਪਰੇਹਾਂ ਵਿੱਚ ਹੈ ਜਾਂ ਬੀਜਾਂ ਵਿੱਚ ਹੈ ਜੀ, ਹੋਰ ਤਾਂ ਕੋਈ ਐਡੀ ਨਹੀਂ ਹੈ। ਤੇ ਕਹਿੰਦੇ ਤੁਸੀਂ ਜ਼ਮੀਨ ਵੀ ਜਿਹੜੀ ਹੈ ਠੇਕੇ ਤੇ ਲਈ ਹੋਈ ਸੀ ਬਹੁਤ? ਬਿਲਕੁਲ ਠੇਕੇ ਤੇ ਆਈ, 30 ਕਿੱਲੇ ਦੇ 30 ਠੇਕੇ ਤੇ ਆਈ ਜ਼ਮੀਨ ਸਾਰੀ। ਉਹ ਵੀ 35-40 ਹਜ਼ਾਰ ਠੇਕਾ ਹੋਊਗਾ? ਹਾਂਜੀ ਹਾਂਜੀ, ਰਾਮ ਕਿੰਨੇ ਤੇ ਲਈ ਸੀ ਤੁਸੀਂ ਠੇਕੇ ਦੀ ਜ਼ਮੀਨ ਸਾਰੀ? ਇਹ 35,40 ਦੇ ਵਿੱਚ ਹੈ ਜੀ। ਅੱਛਾ ਜੀ। ਹਾਂਜੀ, ਉੱਪਰ ਲਵਾਈ ਦਾ ਕਿੰਨਾ ਖਰਚਾ ਹੋ ਗਿਆ ਹੋਊਗਾ? ਲਵਾਈ ਤੇ ਖਰਚਾ ਘੱਟੋ ਘੱਟ ਮੰਨ ਕੇ ਚੱਲੋ 12,000 ਦਾ ਕਿੱਲੇ ਤੇ ਆਇਆ ਗਿਆ ਹੋਊਗਾ ਜੀ, 10-12,000 ਰੁਪਇਆ। ਹਾਂਜੀ ਖਰਚਾ, ਜਿਹੜੇ ਹੁਣ ਸਪਰੇਹਾਂ ਹੋਈਆਂ ਐਕਸਟਰਾ ਹੈ ਜੀ। ਤੇ ਪਰ ਆ ਤੁਸੀਂ ਐਡੀ ਐਡੀ ਵੱਡੀ ਜਿਹੜੀ ਫਸਲ ਹੈ, ਇੱਕ ਵਾਰੀ ਕਵਾਂਗੇ ਦਿਖਾਣਾ ਚਾਹਾਂਗੇ ਵੀ ਐਡੀ ਜਿਹੜੀ ਵੱਡੀ ਫਸਲ ਕੀਤੀ ਹੈ, ਇਹ ਐਵੇਂ ਤਾਂ ਨਹੀਂ ਹੋਗੀ, ਦਿਨ ਰਾਤ ਮਿਹਨਤ ਕੀਤੀ ਹੈ ਤਾਂ ਇੱਥੇ ਤੱਕ ਹੋਈ ਹੈ। ਪਰ ਦੁੱਖ ਵੀ ਹੁੰਦਾ ਹੈ ਜਦੋਂ ਐਡੀ ਵੱਡੀ ਫਸਲ, ਜਦੋਂ ਕਿਉਂਕਿ ਮਹੀਨਾ ਰਹਿ ਗਿਆ ਹੋਏ ਵਢਾਈ ਦੇ ਵਿੱਚ, ਵਢਾਈ ਕਰਕੇ ਮੁੜ ਕੇ ਪਹੁੰਚਣਾ ਅੱਗੇ ਮੰਡੀ ਲੈ ਕੇ ਫਸਲ ਨੂੰ, ਤੇ ਬੜਾ ਕੁਝ ਸੋਚਿਆ ਹੁੰਦਾ ਵੀ ਐਤਕੀ ਫਸਲ ਦੇ ਵਿੱਚੋਂ ਪੈਸੇ ਚਾਰ ਆਉਣਗੇ, ਘਰ ਦਾ ਗੁਜ਼ਾਰਾ ਚੱਲੂਗਾ, ਜਾਂ ਅੱਗੇ ਦੀਵਾਲੀ ਆਉਣ ਵਾਲੀ ਹੈ, ਦੁਸ਼ਹਿਰਾ ਆਉਣ ਵਾਲਾ ਹੈ, ਕੋਈ ਨਾ ਕੋਈ ਹੱਲ ਹੋਊਗਾ। ਬਿਲਕੁਲ ਬਿਲਕੁਲ ਜੀ, ਬਿਲਕੁਲ 100 ਉਮੀਦਾਂ ਹੁੰਦੀਆਂ ਜੀ ਫਸਲ ਦੇ ਸਿਰ ਤੇ ਹੀ ਅਸੀਂ ਤਾਂ ਜੀ, ਹੋਰ ਤਾਂ ਸਾਡੇ ਕੋਈ ਸਾਈਡ ਬਿਜ਼ਨਸ ਹੈ ਕੋਈ ਨਹੀਂ। ਹੁਣ ਇਹੀ ਖਰਾ ਤਬਾਹ ਹੋ ਗਈ ਜੀ। ਹੁਣ ਤਾਂ ਅਸੀਂ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ ਵੀ ਕੁਛ ਸਾਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ, ਆਉਣ ਵਾਲੇ ਆ ਕੇ ਇੱਥੇ ਚੈੱਕ ਕਰਨ। ਹਾਂਜੀ, ਤੇ ਅਜੇ ਤੱਕ ਕਿਸੇ ਸਰਕਾਰ ਦੀ ਉੱਚ ਅਧਿਕਾਰੀ ਨਾਲ ਕਿਸੇ ਨਾਲ ਗੱਲਬਾਤ ਨਹੀਂ ਹੋਈ, ਪ੍ਰਸ਼ਾਸਨ ਨਾਲ? ਹਾਲੇ ਤੱਕ ਤਾਂ ਕੋਈ ਆਇਆ ਨਹੀਂ ਜੀ। ਵੈਸੇ ਅਸੀਂ ਕੱਲ ਕਨਫਰਮ ਕਰਿਆ ਤਾ ਜੀ, ਉਹ ਕਹਿੰਦੇ ਅਸੀਂ ਅੱਜ ਬਿਜੀ ਆ, ਕੱਲ ਨੂੰ ਦੇਖਾਂਗੇ। ਦੇਖੋ ਜੀ ਕੋਈ ਆਉਂਦਾ ਜਾਂ ਨਹੀਂ ਆਉਂਦਾ ਕੱਲ। ਹਾਂਜੀ, ਤੇ ਤੁਹਾਨੂੰ ਕਿੰਨੀ ਉਮਰ ਹੋ ਗਈ ਤੁਹਾਨੂੰ ਫਸਲ ਬੀਜਦਿਆਂ? ਇਹੋ ਜਿਹਾ ਪਹਿਲਾਂ ਵੀ ਕਦੀ ਮੌਕਾ ਆਇਆ? ਨਹੀਂ ਜੀ, ਪਹਿਲਾਂ ਕਦੇ ਮੌਕਾ ਨਹੀਂ ਆਇਆ, ਪਹਿਲਾ ਮੌਕਾ ਹੈ ਜੀ। ਹਾਂਜੀ, ਪਹਿਲਾਂ ਕਦੇ ਨਹੀਂ ਸਾਡੀ ਫਸਲ ਮਰੀ ਹੈ ਜੀ, ਐਤਕੀ ਪਹਿਲਾ ਸਾਲ ਹੈ ਜੀ। ਹਾਂਜੀ, ਫਿਰ ਵੀ ਤੁਹਾਨੂੰ ਕਾਰਨ ਕੀ ਲੱਗਦੇ ਹੋਊਗੇ ਵੀ ਜਿਵੇਂ ਤੁਸੀਂ ਪ੍ਰਸ਼ਾਸਨ ਨਾਲ ਵੀ ਤੁਸੀਂ ਕਹਿੰਦੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਹੈ ਵੀ ਜਾਂ ਤੁਸੀਂ ਕਹਿ ਰਹੇ ਹੋ ਬੀਜ ਦੇ ਵਿੱਚ ਆ ਜਾਂ ਸਪਰੇਆਂ 'ਚ ਕਮੀ ਲੱਗਦੀ ਹੈ? ਹਾਂਜੀ, ਇਹ ਕਮੀ ਤਾਂ ਜੀ ਦੋ ਉਹਦਾ ਵਿੱਚ ਹੈ ਜੀ, ਜਾਂ ਕੋਈ ਬੀਜ ਵਿੱਚ ਕਮੀ ਹੈ ਜਾਂ ਫਿਰ ਮੰਨ ਲਓ ਸਪਰੇਹਾਂ ਵਿੱਚ ਹੈ ਜੀ। ਬੀਜ ਤੁਸੀਂ ਲਿਆ ਕਿ ਪੀਆਰ ਕਿਸਮ ਹੈ ਜੀ, ਉਹਨਾਂ ਨੂੰ ਹੈ ਇਹ ਹਾਈਬ੍ਰਿਡ ਬੀਜ ਬਿਲਕੁਲ ਠੀਕ ਖੜੇ ਆ ਜੀ। ਪੀਆਰ 128 ਲਾਇਆ ਵਾ ਜੀ, ਪੀਆਰ 131 ਹੈ ਜਿਹੜਾ ਇਹਨਾਂ ਦਾ ਨਵਾਂ ਬੀਜ ਆਇਆ, ਉਹ ਖਰਾਬ ਹੋ ਗਿਆ ਜੀ। 202 ਬੀਜ ਹੈ ਜੀ, ਉਹ ਖਰਾਬ ਹੋ ਗਿਆ। ਪੂਸ਼ਾ 44 ਹੈ ਜੀ। ਇਹ ਕਹਿੰਦੇ ਹਾਈਬ੍ਰਿਡ ਬੀਜ ਲਾਉਣਾ ਬਿਲਕੁਲ ਨਹੀਂ ਹੈ ਜੀ, ਹਾਈਬ੍ਰਿਡ ਬੀਜ ਹੋਇਆ ਜੀ। ਬਾਕੀ ਪੀਆਰ ਕਿਸਮਾਂ ਸਾਰੀਆਂ ਖਰਾਬ ਹੈ ਜੀ ਇਤਕੀ। ਹਾਂਜੀ, ਤੁਹਾਡੇ ਪਿੰਡ ਦੇ ਵਿੱਚ ਇੱਥੇ ਮੁੱਲਾਂਪੁਰ ਹਲਕੇ 'ਚ ਹੋਰ ਮਤਲਬ ਟੋਟਲ ਕਿੰਨੀ ਕੁ ਫਸਲ ਹੈ ਜਿਹੜੀ ਬਰਬਾਦ ਹੋ ਚੁੱਕੀ ਹੈ? ਘੱਟੋ ਘੱਟ 100 ਕਿੱਲਾ। ਪਹਿਲਾਂ ਤਾਂ ਇੱਥੇ ਜ਼ਮੀਨ ਬਹੁਤ ਘੱਟ ਰਹਿ ਗਈ ਜੀ। ਜਿਹੜੀ ਜ਼ਮੀਨ ਹੈ ਸਾਰੀ ਕੋਈ ਕੰਪਨੀਆਂ ਨੇ ਖਰੀਦ ਲਈ, ਮੈਡੀਸਿਟੀ ਆ ਗਿਆ, ਮੈਕਸ, ਇਹ ਕੰਪਨੀ ਜਿਹੜੀ ਹੈਗੀ ਹੈ ਉਹਦੀ ਕਿਸੇ ਦੀ ਵੀ ਫਸਲ ਇੱਕ ਨੰਬਰ ਨਹੀਂ ਹੋ ਸਕਦੀ। ਇਹ ਪਰਿਵਾਰ ਦੀ ਖਤਮ ਹੋ ਗਈ ਤਾਂ ਸਭ ਨੂੰ ਸਾਰੇ ਪਿੰਡ ਦੀ ਖਰਾਬ ਹੈ। ਹਾਂ, ਇਹ ਪਰਿਵਾਰ ਦਾ ਮਿਹਨਤ ਬਹੁਤ ਕਰਦਾ ਜੀ। ਪਰ ਹੁਣ ਜਿਵੇਂ ਇਹਨਾਂ ਨੇ ਦੱਸਿਆ ਗੁਰਜੰਟ ਜੀ ਨੇ ਵੀ ਇਹਨਾਂ ਦਾ ਤਾਂ ਘਰ ਹੀ ਹੈ ਜਿਹੜਾ ਕਿ ਜ਼ਮੀਨ ਤੇ ਚੱਲਦਾ ਆ, ਕੋਈ ਇਹਨਾਂ ਦਾ ਸਾਈਡ ਬਿਜ਼ਨਸ ਨਹੀਂ ਜਾਂ ਕੋਈ ਹੋਰ ਕੰਮਕਾਜ ਨਹੀਂ। ਪਰ ਇਹ ਬਹੁਤ ਵੱਡੀ ਦੁਖਾਂਤ ਆ, ਬਹੁਤ ਦੁੱਖ ਵਾਲੀ ਗੱਲ ਆ ਵੀ ਐਡੀ ਵੱਡੀ ਫਸਲ ਖੜੀ ਕੀਤੀ, ਪਹਿਲਾਂ 4 ਮਹੀਨੇ ਦਿਨ ਰਾਤ ਪਾਣੀ ਲਾਓ ਫਸਲ ਨੂੰ, ਬੀਜਾਂ ਦੀ ਰਾਖੀ ਕਰੋ, ਹਨਾ ਜੀ, ਫਿਰ ਲੇਬਰ ਇਕੱਠੀ ਕਰੋ। ਦੇਖੋ ਜੀ, ਪਹਿਲੀ ਗੱਲ ਤਾਂ ਇਹ ਹੈ ਵੀ ਦੇਖੋ ਪਰਿਵਾਰ ਮਿਹਨਤ ਕਰ ਰਿਹਾ, ਉਹਦਾ ਫਲ ਉਹਨੂੰ ਮਿਲਣਾ ਚਾਹੀਦਾ। ਪਰ ਐਤਕੀ ਬਿਲਕੁਲ ਜ਼ੀਰੋ ਹੋ ਗਿਆ। ਹੁਣ ਸਾਰਾ ਪਹਿਲਾਂ ਤਾਂ ਦਿਨ 'ਚ ਇਹਦੀ ਦੇਖਭਾਲ ਕਰਨੀ, ਰਾਤ ਨੂੰ ਜਿਹੜਾ ਅਸੀਂ ਹਰੇਕ ਚੀਜ਼ ਤੇ ਕਾਉ ਸੈਸ ਦਿੰਨੇ ਆ। ਇਹ ਪਰਿਵਾਰ 'ਚ ਇੱਕ ਭਰਾ ਇਹਨਾਂ ਦਾ 12 ਵਜੇ ਤੱਕ ਜਿਉਂਦਾ ਰਹਿੰਦਾ, ਦੇਖਦਾ, ਇਹਦੀ ਰਾਖੀ ਕਰਦਾ, ਤੇ ਦੂਜਾ ਭਰਾ 4 ਵਜੇ ਫੇਰ ਆ ਜਾਂਦਾ। ਉਹ ਗਾਇਆਂ ਤੋਂ ਸਾਨੂੰ ਛੁਟਕਾਰਾ, ਗਾਇਆਂ ਦੀ ਰਾਖੀ ਕਰਨੀ ਪੈਂਦੀ, ਅਵਾਰਾ ਡੰਗਰ ਜਿਹੜੇ ਹੈਗੇ ਉਹਨਾਂ ਦੀ ਰਾਖੀ ਕਰਨੀ ਪੈਂਦੀ। ਪਹਿਲਾਂ ਤਾਂ ਇਹ ਪਰਿਵਾਰ ਇੱਕ ਜਣਾ 12 ਵਜੇ ਤੱਕ ਫਿਰਦਾ ਰਹੂਗਾ, ਦੂਜਾ ਭਰਾ 4 ਵਜੇ ਉੱਠ ਕੇ ਦੂਆ ਆ ਜਾਂਦਾ, ਇਹ ਦੂਜਾ ਜਾ ਕੇ ਸੌਂਗਾ। ਸੋ ਬਹੁਤ ਹੀ ਜਿਹੜੀ ਦੁੱਖ ਵਾਲੀ ਗੱਲ ਹੈ। ਪਰ ਕਿਸੇ ਨਾਲ ਇੱਥੇ ਤੁਹਾਡੇ ਮੈਡਮ ਨੇ ਇੱਥੇ ਹਲਕੇ ਦੇ ਖਰੜ ਹਲਕਾ ਪੈਂਦਾ ਹੈ, ਅਨਮੋਲ ਗਗਨ ਮਾਨ ਨੇ, ਜਾਂ ਭਗਵੰਤ ਮਾਨ ਸਾਹਿਬ ਦੀ ਵੀ ਕੋਠੀ ਇੱਥੇ ਲੱਗ ਗਈ ਹੈ, ਚੰਡੀਗੜ੍ਹ ਬਿਲਕੁਲ ਨਾਲ ਪੈਂਦਾ ਹੈ, ਨਿਊ ਚੰਡੀਗੜ੍ਹ ਦੇ ਵਿੱਚ ਪੈਂਦਾ ਇਹ ਪਿੰਡ। ਕਿਸੇ ਨਾਲ ਗੱਲਬਾਤ ਨਹੀਂ ਹੋਈ? ਦੇਖੋ ਜੀ, ਮੈਡਮ ਨੂੰ ਤਾਂ ਅਸੀਂ ਕਈ ਵਾਰ ਨਾ ਫੋਨ ਵੀ ਕਰਿਆ ਹੋਇਆ ਬਈ ਜੇ ਅਸੀਂ ਤੁਹਾਨੂੰ ਮਿਲਣਾ ਹੈ ਆਣ ਕੇ, ਵੀ ਤੁਹਾਡੇ ਨਾਲ ਗੱਲ ਕਰਨੀ ਹੈ, ਅਸੀਂ ਇਹਨਾਂ ਮੁੱਦਿਆਂ ਤੇ ਹੀ ਗੱਲ ਕਰਨੀ। ਉਹ ਤਾਂ ਸਾਡੇ ਕੋਲ ਵੋਟਾਂ ਲੈ ਕੇ, ਸਾਡੇ ਪਿੰਡ ਚੋਂ ਘੱਟੋ ਘੱਟ 300 ਵੋਟ ਉਹਨਾਂ ਨੂੰ ਪੋਲਿੰਗ ਹੋਈ ਹੈ ਆਮ ਆਦਮੀ ਪਾਰਟੀ ਨੂੰ। ਉਹ ਪੋਲਿੰਗ ਹੋਣ ਤੋਂ ਬਹੁਤ ਧੰਨਵਾਦੀ ਦੌਰੇ ਤੇ ਵੀ ਨੇ। ਅਸੀਂ ਕੋਠੀ 'ਚ ਫੋਨ ਵੀ ਕਰ ਲਿਆ, ਹੁਣ ਸਾਡੇ ਕੋਲ ਫੋਨ ਸੀਗੇ, ਅਸੀਂ 3 ਦਿਨ ਹੋ ਗਏ ਫੋਨ ਕਰਦਿਆਂ ਨੂੰ ਬਈ ਜੇ ਤੁਹਾਨੂੰ ਮਿਲਣਾ ਹੈ। ਉਹਨਾਂ ਦੇ ਵਰਕਰ ਕਹਿੰਦੇ ਨੇ ਉਹ ਬਿਜੀ ਹੈ ਜੀ, ਉਹ ਯੂਪੀ ਗਏ ਹੋਏ, ਉਹ MP ਗਏ ਹੋਏ ਆ। ਸਾਡਾ ਉਹਨਾਂ ਨਾਲ ਹਾਲੇ ਦਾ ਕੋਈ ਵਾਰਤਾਲਾਪ ਨਹੀਂ ਹੋਇਆ।
ਉਹਨਾਂ ਦੀ ਟੀਮ ਹੈ ਇੱਥੇ ਬੈਨੀਪਲ ਗਰੁੱਪ, ਉਹਨਾਂ ਨਾਲ ਸਾਡਾ ਟਾਈ ਅਪ ਹੈਗਾ। ਉਹਨਾਂ ਨੂੰ ਅੱਜ ਅਸੀਂ ਕਰਿਆ ਸੀਗਾ ਵੀ ਅਸੀਂ ਤਾਂ ਵੀ ਵਾਹੁਣ ਲੱਗੇ ਹਾਂ ਜੀ, ਅੱਕ ਕੇ ਵੀ ਸਾਡੇ ਕੋਲ ਹੋਰ ਕੋਈ ਚਾਰਾ ਨਹੀਂ। ਉਹ ਕਹਿੰਦੇ ਵੀ ਅੱਜ ਅਸੀਂ ਪ੍ਰੋਗਰਾਮਾਂ ਤੇ ਆ ਵੀ ਤੁਸੀਂ ਰੁਕ ਜਾਓ 1-2 ਦਿਨ, ਪਰ ਸਾਡੇ ਕੋਲ ਹੋਰ ਕੋਈ ਚਾਰਾ ਹੀ ਨਹੀਂ ਹੈ। ਇਹ 'ਚ ਨਾ ਤਾਂ ਕੋਈ ਬੀਜ ਉੱਗਣਾ ਹੈ ਹੁਣ, ਹਾਂਜੀ ਬਿਲਕੁਲ ਜ਼ੀਰੋ ਹੈ ਜੀ ਇਹ। ਤੁਹਾਨੂੰ ਕੀ ਲੱਗਦਾ ਵੀ ਹੁਣ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ? ਦੇਖੋ ਅਸੀਂ ਤਾਂ ਜੀ ਸਰਕਾਰ ਨੂੰ ਇਹੀ ਕਹਿੰਦੇ ਆ, ਹੁਣ ਬੀਬੀ ਜਗੀਰ ਕੌਰ ਹੋਈ, ਕਈ ਵੱਡੇ ਜਿਹੜੇ ਕਾਂਗਰਸ ਅਕਾਲੀਆਂ ਦੇ ਲੀਡਰ ਹੋਏ ਜਿਨ੍ਹਾਂ ਦਾ ਜੀ ਕਰਜ਼ਾ ਇਹਨਾਂ ਨੇ ਮਾਫ ਕਰਤਾ। ਦੇਖੋ ਉਹਨਾਂ ਕੋਲ ਕਿਹੜੀ ਚੀਜ਼ ਦੀ ਘਾਟ ਹੈ? ਜਿਹੜਾ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਜਾਂ ਕਿਸੇ ਪਾਰਟੀ ਦਾ ਮੈਂਬਰ ਹੈ ਉਹਦੇ ਕੋਲ ਤਾਂ ਬਹੁਤ ਪੈਸੇ, ਉਹਨਾਂ ਦਾ ਮਾਫ ਕਰਨ ਦੀ ਲੋੜ ਹੀ ਨਹੀਂ ਹੈ। ਜ਼ਿਮੀਂਦਾਰਾਂ ਨੂੰ ਕਹਿ ਦਿੰਦੇ ਵੀ ਜ਼ਿਮੀਂਦਾਰਾਂ ਕੋਲ ਤਾਂ ਕੁਦਰਤੀ ਆਫਤ ਆ ਗਈ ਜੀ, ਇਹ ਤਾਂ ਅਸੀਂ ਕੁਝ ਨਹੀਂ ਕਰ ਸਕਦੇ। ਸਾਡੀ ਤਾਂ ਸਰਕਾਰ ਨੂੰ ਇਹੀ ਮਦਦ ਹੈ ਵੀ ਇਹ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕਰੀ ਜਾਵੇ। ਪਹਿਲਾਂ ਲੰਪੀ ਸਕਿਨ ਵਾਲਾ ਜੇ ਇਹਨਾਂ ਦਾ ਡੈਰੀ ਫਾਰਮ ਦਾ ਕੰਮ ਹੈ, ਉਹ 'ਚ ਇਹ ਬੰਦਿਆਂ ਦੀਆਂ ਘੱਟੋ ਘੱਟ 3 ਗਾਂ ਮਰ ਗਈਆਂ, 20-30 ਲੀਟਰ ਦੁੱਧ ਵਾਲੀਆਂ, ਉਹ 'ਚ ਖਤਮ ਹੋ ਗਏ ਤੇ ਹੁਣ ਇਹ 'ਚ ਵੀ ਜ਼ੀਰੋ ਹੋ ਗਏ। ਸੋ ਤੁਸੀਂ ਇੱਕ ਵਾਰੀ ਤਸਵੀਰਾਂ ਦੇਖ ਸਕਦੇ ਹੋ ਵੀ ਕਿਵੇਂ। ਹਾਂਜੀ ਭਾਜੀ, ਕੀ ਇਹ ਤਾਂ ਪਰਿਵਾਰ ਜੀ ਦੇਖੋ, ਜਿਹੜੀ ਹੁਣ ਵਾਹੁਣ ਤਾਂ ਅੱਕ ਕੇ ਲੱਗਿਆ ਵੀ ਜਿਹੜੀ ਕਣਕ ਦੀ ਹੈ ਨਾ, ਕਣਕ ਵੀ ਨਾ ਕਿਤੇ ਬਰਬਾਦ ਹੋ ਜਾਵੇ ਸਾਡੀ, ਅਗਲੀ ਫਸਲ ਵੀ ਨਾ ਸਾਡੀ ਬਰਬਾਦ ਹੋ ਜਾਵੇ, ਅਗਲੀ ਫਸਲ ਵੀ ਨਾ ਸਾਡੀ ਬਰਬਾਦ ਹੋ ਜਾਵੇ। ਬਿਲਕੁਲ, ਪਰ ਇਸ ਤੋਂ ਬਾਅਦ ਜੇ ਹੁਣ ਫਸਲ ਕਰਨਾ ਵੀ ਚਾਹੋਗੇ ਤੇ ਕਿਹੜੀ ਫਸਲ ਹੋ ਸਕਦੀ ਹੈ? ਨਹੀਂ ਹਲੇ ਤਾਂ ਜੀ ਆਪਾਂ ਇਹਨੂੰ ਸਿਖਾਉਂਗੇ, ਜਿਹੜਾ ਕਹਿ ਰਹੇ ਨਾ ਵੀ ਜ਼ਮੀਨ 'ਚ ਵਾਇਰਸ ਹੈ ਇਹ, ਹੋ ਸਕਦਾ ਅਗਲੀ ਫਸਲ ਤੇ ਵੀ ਸਾਡੀ ਨੂੰ ਮਾਰ ਕਰ ਜਾਵੇ, ਇਹ ਨੁਕਸਾਨ ਕਰੇ ਉਹਨੂੰ ਵੀ। ਸੋ ਤਸਵੀਰਾਂ ਇੱਕ ਵਾਰੀ ਤੁਸੀਂ ਮੁੜ ਕੇ ਦੇਖ ਸਕਦੇ ਹੋ ਕਿਵੇਂ ਦਿਲ ਤੇ ਪੱਥਰ ਧਰ ਕੇ ਆਪਣੀ ਜ਼ਮੀਨ ਨੂੰ ਜਿਹੜੀ ਖੜੀ ਫਸਲ ਨੂੰ ਵਾਹ ਰਹੇ ਨੇ। ਲੱਖਾਂ ਦਾ ਜਿਹੜਾ ਕਿ ਇੱਥੇ ਨੁਕਸਾਨ ਹੋਇਆ। ਨਿਊ ਚੰਡੀਗੜ੍ਹ ਖਰੜ ਹਲਕੇ ਦਾ ਪਿੰਡ ਹੈ। ਸਾਡੇ ਨਾਲ ਇੱਕ ਹੋਰ ਨੇ। ਭਾਜੀ ਕੀ ਨਾਮ ਹੈ ਜੀ ਆਪਣਾ? ਗੁਰਜੰਟ ਸਿੰਘ ਬ్రో। ਤੁਸੀਂ ਤਾਂ ਮੇਰੇ ਖਿਆਲ ਨਾਲ ਯੂਨੀਵਰਸਿਟੀ ਪੜ੍ਹਦੇ ਹੋ। ਗੁਰਜੰਟ ਜੀ ਕਿਵੇਂ ਦੇਖਦੇ ਹੋ ਫਸਲਾਂ ਦੇ? ਤੁਸੀਂ ਵੀ ਬਹੁਤ ਸ਼ੁਰੂ ਤੋਂ ਫਸਲ ਵਾਹੁੰਦੇ ਆ ਰਹੇ ਹੋ, ਕਿਵੇਂ ਲੱਗਦਾ ਵੀ ਇਹ ਕੀ ਕਾਰਨ ਹੋਇਆ? ਬੀਜ ਦੀ ਖਰਾਬੀ ਹੈ ਜਾਂ ਕੀ ਕਾਰਨ ਹੈ? ਵੀਰੇ ਯੂਨੀਵਰਸਿਟੀ ਫੋਨ ਲਾ ਲਿਆ ਨਾ ਆਪਾਂ ਹੈਲਪਲਾਈਨ ਨੰਬਰ ਤੇ ਉਹ ਕਹਿ ਰਹੇ ਆ ਮਤਲਬ ਕੋਈ ਸੋਲੂਸ਼ਨ ਨਹੀਂ ਹੈਗਾ ਇਹਦਾ। ਜਾਂ ਬੀਜ 'ਚ ਖਰਾਬੀ ਲਾ ਲਓ ਜਾਂ ਹੁਣ ਮੌਸਮ ਕਰਕੇ ਲਾ ਲਓ। ਕਿਸਾਨ ਨੂੰ MR ਇਹਦੇ 'ਚ, ਜੇ ਬੀਜ ਖਰਾਬ ਹੈ ਤਾਂ ਵੀ ਹੈ ਨਾ ਕਿਸਾਨ ਨੂੰ ਝੱਲਣਾ ਪੈਣਾ, ਜੇ ਮੌਸਮ ਖਰਾਬ ਹੋ ਵੀ, ਮਤਲਬ ਦੋਨੋਂ ਪਾਸੇ ਨੁਕਸਾਨ ਤਾਂ ਕਿਸਾਨ ਦਾ ਹੀ ਹੋ ਰਿਹਾ। ਹੁਣ ਜਿਵੇਂ ਕਹਿੰਦੇ ਆ ਵੀ ਜ਼ਿਮੀਂਦਾਰ ਮਰਦਾ ਕਿਉਂ ਹੈ, ਆ ਹੁਣ ਉਦਾਹਰਨ ਤੁਹਾਡੇ ਸਾਹਮਣੇ ਹੀ ਹੈ ਵੀ ਮਰਦਾ ਕਿਉਂ ਹੈ। ਅਸੀਂ ਜਿੰਨੇ ਵੀ ਸਰੋਤੇ ਸਾਡੇ ਇਸ ਚੈਨਲ ਦੇ ਜ਼ਰੀਏ ਇਸ ਖਬਰ ਨੂੰ ਦੇਖ ਰਹੇ ਨੇ ਵੀ ਜ਼ਿਮੀਂਦਾਰ ਜਿਹਨੇ ਜ਼ਮੀਨ ਠੇਕੇ ਤੇ ਲਈ ਹੋਵੇ, ਲੱਖਾਂ ਰੁਪਇਆ ਠੇਕੇ ਜਿਹਦੇ ਤੋਂ ਜ਼ਮੀਨ ਲਈ ਆ ਉਹਨੂੰ ਵੀ ਠੇਕੇ ਦਾ ਦੇਣਾ ਕਿ ਨਹੀਂ ਭਾਜੀ? ਬਿਲਕੁਲ ਬਿਲਕੁਲ। ਤੁਸੀਂ ਮਰਨ ਦੀ ਗੱਲ ਕਰੀ, ਜਿਹੜੇ ਆਪਾਂ ਕਹਿੰਦੇ ਮੁੰਡੇ ਬਾਹਰ ਨੂੰ ਜਾ ਰਹੇ ਉਹਦੇ ਵੀ ਇਹੀ ਕਾਰਨ ਹੈ। ਹੁਣ ਉਰਾ ਕਿਹੜਾ ਸਰਕਾਰ ਨੇ ਕੁਝ ਦੇਣਾ, ਕਰਜ਼ਾ ਜਾਣਾ ਹੀ, ਫਿਰ ਅਗਲਾ ਬਾਹਰ ਹੀ ਜਾਊਗਾ ਜਦ ਸਰਕਾਰ ਬਾਂਹ ਹੀ ਨਹੀਂ ਫੜੂਗੀ। ਪੜ੍ਹ ਲਿਖ ਕੇ ਖੇਤੀ ਨਹੀਂ ਕਰਦੇ, ਇਹੀ ਰੀਜ਼ਨ ਹੈ ਜੀ ਉਹਨਾਂ ਦਾ ਸਾਰਿਆਂ ਦਾ ਹੀ। ਮਤਲਬ ਸਰਕਾਰ ਨਹੀਂ ਸਾਥ ਦਿੰਦੀ। ਜੇ ਹੁਣ ਸਰਕਾਰ ਸਪੋਰਟ ਕਰੂਗੀ ਤਾਂ 4 ਜਣੇ ਉੱਠਣਗੇ ਜੀ ਅੱਗੇ ਨੂੰ। ਮਤਲਬ ਜੇ ਐਵੇਂ ਕੋਈ ਕੁਦਰਤੀ ਮਾਰ ਪੈਂਦੀ, ਹਾਂ ਸਾਡੇ ਨਾਲ ਸਰਕਾਰ ਖੜਦੀ ਹੈ ਤਾਂ ਹੌਸਲਾ ਅਫਜ਼ਾਈ ਹੋਊਗੀ, ਕਰਜ਼ੇ ਤੋਂ ਬਚੂਗਾ, ਤਾਂ ਉਧਰ ਨੂੰ ਨਹੀਂ ਜਾਊਗਾ ਜੀ, ਬੰਦਾ ਸੋਚੂਗਾ ਹੀ ਨਹੀਂ। ਇਹ ਤਾਂ ਚਲੋ ਇਹਨਾਂ ਦੀ 20 ਕਿੱਲੇ ਹੋਗੀ, ਤੁਹਾਡੀ ਕਿੰਨੇ ਕਿੱਲੇ ਫਸਲ ਹੈ? ਮੇਰੇ ਕੋਲ 7 ਕਿੱਲੇ ਨੇ, 7 ਕਿੱਲੇ ਟੋਟਲ। ਮਤਲਬ ਟੋਟਲ ਕਹਿੰਦੇ ਮੁੱਲਾਪੁਰ ਜਿਹੜਾ ਹਲਕਾ ਆ, ਪਿੰਡ ਆ, ਕਸਬਾ ਆ, ਇਹਦੀ ਕਹਿੰਦੇ 100 ਕਿੱਲੇ ਜ਼ਮੀਨ ਹੈ ਜਿਹੜੀ ਕਿ ਇਹ ਐਤਕੀ ਖਰਾਬ 100 ਤੋਂ ਵੀ ਜ਼ਿਆਦਾ ਹੀ ਟੱਪ ਜਾਣੇ ਜੀ ਹਲੇ ਤਾਂ ਮਤਲਬ 100 ਸਾਹਮਣੇ ਆਇਆ, ਜਿਹੜੀ ਖਰਾਬ ਹੋ ਰਹੀ ਹੈ ਜੀ, ਡੇਲੀ ਵਧੇ ਰਹੀ ਉਹ। ਇਹ ਬਿਮਾਰੀ ਦਾ ਇਲਾਜ ਹੈ ਨਹੀਂ। ਨਵੇਂ ਕਿਸਾਨ ਨੂੰ ਮਿਲਦੇ ਰੋਜ਼ ਹਨਾ, ਲੋਕਲ ਕਹਿ ਰਿਹਾ ਜੀ 2 ਕਿੱਲੇ ਨੂੰ ਵੱਧ ਗਏ, 4 ਨੂੰ ਵੱਧ ਗਏ। ਇਹਦਾ ਹਲੇ ਮਤਲਬ ਫਾਈਨਲ ਤੱਕ ਪਤਾ ਨਹੀਂ ਜੀ ਕੋਈ ਵੱਢ ਪਾਊਗਾ ਜਾਂ ਨਹੀਂ ਵੱਢ ਪਾਊਗਾ। ਮਤਲਬ ਮੰਡੀ ਪਹੁੰਚਦੀ ਜੀਰੀ ਕਿ ਨਹੀਂ ਪਹੁੰਚਦੀ, ਖੇਤਾਂ 'ਚ ਬਣੀ ਪੈ ਰਹੀ ਹੈ। ਕਿਸੇ ਨਾਲ ਜਿਹੜੇ ਫਸਲਾਂ ਦੇ ਮਾਹਰ ਹੁੰਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਹੈਲਪਲਾਈਨ ਨੰਬਰ ਜਿਹੜੇ ਯੂਨੀਵਰਸਿਟੀ ਨੇ ਮੁਹੱਈਆ ਕਰਾਏ ਮੈਂ ਆਪਾਂ ਨੂੰ, ਉਹਨਾਂ ਤੇ ਗੱਲ ਹੋਈ ਜੀ। ਉਹ ਤਾਂ ਇਹੀ ਕਹਿੰਦੇ ਫੰਗੀਸਾਈਡ ਸਪਰੇਆਂ ਦੱਸ ਦੇਣ, ਇਹ ਕਰ ਲਓ। ਉਹਨਾਂ ਦਾ ਕੋਈ ਰਿਜ਼ਲਟ ਨਹੀਂ ਹੈਗਾ। ਤੁਹਾਡੇ ਸਾਹਮਣੇ ਹੀ ਸਪਰੇਆਂ ਕਰ ਚੁੱਕੇ ਆ ਸਾਰੀਆਂ। ਤੇ ਮੇਨਲੀ ਸਰਕਾਰ ਕਹਿੰਦੀ ਹੈ PR ਬੀਜ ਲਾਓ, ਹਾਈਬ੍ਰਿਡ ਨਾ ਲਾਓ, ਹਨਾ। PR ਬੀਜ ਨੇ ਸਭ ਤੋਂ ਜ਼ਿਆਦਾ ਬਿਮਾਰੀ PR ਨੂੰ। ਮੇਰੇ ਕੋਲ 7 ਕਿੱਲੇ। ਵੈਸੇ ਲਿਆਂਦਾ ਕਿੱਥੋਂ ਸੀ? ਮੈਂ ਜਿਹੜਾ ਆਪਣੇ ਬੀਜ ਦੀ ਗੱਲ ਕਰਾਂ ਜੀ, ਮੈਂ ਲਿਆ ਹੋਇਆ ਰੋਪੜ ਤੋਂ, ਕ੍ਰਿਸ਼ੀ ਵਿਗਿਆਨ ਕੇਂਦਰ ਹੈ ਆਪਣਾ, ਯੂਨੀਵਰਸਿਟੀ ਲੁਧਿਆਣਾ ਯੂਨੀਵਰਸਿਟੀ ਦੇ ਜਿਹੜੇ ਸਬ ਸੈਂਟਰ ਨੇ ਰੋਪੜ ਤੋਂ। ਹਾਂਜੀ। ਪਰ ਫਿਰ ਜੇ ਬੀਜ ਉੱਥੋਂ ਆਉਂਦਾ ਹੈ ਤਾਂ ਜਿਹੜੀਆਂ ਸਪਰੇਆਂ ਹੋਈਆਂ ਉਹ ਵੀ ਕਿਸੇ ਨਾ ਕਿਸੇ ਕੰਪਨੀ ਤੋਂ ਆਉਂਦੀਆਂ ਨੇ? ਹਾਂਜੀ ਸਾਰੀਆਂ ਜੀ ਵਾਇਰ ਕੰਪਨੀ ਦੀ ਸਪਰੇਅ ਕਰੀਏ ਜੀ। ਮਤਲਬ ਆਪਣੇ ਮੋਸਟਲੀ ਵਾਇਰ ਦੀ ਮੰਨੀ ਜਾਂਦੀ ਹੈ ਵਧੀਆ, ਵਾਇਰ ਦੀ ਸਪਰੇਅ ਕਰੀਏ। ਤੁਸੀਂ ਆਪਣੀ ਜ਼ਿੰਦਗੀ 'ਚ ਇਹੋ ਜੀ ਕੋਈ ਘਟਨਾ ਪਹਿਲਾਂ ਵੀ ਕਦੀ ਦੇਖੀ? ਦੇਖੋ ਜੀ ਮੇਰੀ ਤਾਂ ਲਾਈਫ ਮਤਲਬ ਜ਼ਿੰਦਗੀ ਬਹੁਤ ਛੋਟੀ, ਹਾਲੇ ਉਮਰ ਬਹੁਤ ਘੱਟ ਹੈ ਨਾ, ਬਜ਼ੁਰਗਾਂ ਨੇ ਨਹੀਂ ਦੇਖੀ, ਮੇਰੇ ਮਤਲਬ ਪਹਿਲੀ ਵਾਰੀ ਦੇਖ ਰਹੀ ਹੈ। ਸੋ ਤੁਸੀਂ ਇੱਕ ਵਾਰੀ ਮੁੜ ਕੇ ਤਸਵੀਰਾਂ ਦੇਖ ਸਕਦੇ ਹੋ ਫਸਲ ਦਾ ਹਾਲ। ਤਕਰੀਬਨ 20 ਕਿੱਲੇ ਫਸਲ ਹੈ ਜਿਹੜੀ ਕਿ ਬਿਲਕੁਲ ਬਰਬਾਦ ਹੋ ਚੁੱਕੀ ਹੈ। ਤੁਹਾਡੇ ਸਾਹਮਣੇ ਤਸਵੀਰਾਂ ਨੇ, ਲੱਖਾਂ ਦਾ ਜਿਹੜਾ ਨੁਕਸਾਨ ਹੋਇਆ ਆ। ਭਾਜੀ ਆਖਰੀ ਸਵਾਲ ਹੈ, ਕਿਸੇ ਇੱਥੇ ਉੱਚ ਅਧਿਕਾਰੀ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਂ ਹਲਕੇ ਦੇ MLA ਨਾਲ ਜਾਂ ਕਿਸੇ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਨਾਲ, DC ਨਾਲ, ਕਿਸੇ ਨਾਲ? ਦੇਖੋ ਮੈਂ ਪਰਸਨਲ ਤਾਂ ਨਹੀਂ ਕੀਤੀ, ਇਹ ਪਿੰਡ ਵਾਲਿਆਂ ਨੇ ਕਰੀ ਹੈ ਕਿਉਂਕਿ ਮੈਂ ਤਾਂ ਪੜ੍ਹਦਾ ਯੂਨੀਵਰਸਿਟੀ ਹੁੰਦਾ ਨਾ ਮੋਸਟਲੀ, ਤੇ ਇਹਨਾਂ ਨੇ ਕਰੀ। ਹਲੇ ਤੱਕ ਕਿਸੇ ਨੇ ਬਾਂਹ ਫੜੀ ਨਹੀਂ ਜੀ ਹੈਗੀ। ਹਾਂਜੀ।
ਗੁਰਜੰਟ ਜੀ, ਤੁਸੀਂ ਮਤਲਬ ਕਿਸੇ ਨਾਲ ਉੱਚ ਅਧਿਕਾਰੀ ਨਾਲ ਜਾਂ ਡੀਸੀ ਲੈਵਲ ਤੱਕ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਵੀ ਸਾਡੀ ਫਸਲਾਂ ਦਾ ਇੰਨਾ ਨੁਕਸਾਨ ਹੋ ਗਿਆ, ਕੋਈ ਆਪਣੀ ਮਾਹਿਰ ਟੀਮ ਭੇਜੋ ਜਿਹੜੀਆਂ ਫਸਲਾਂ ਨਾਲ ਸੰਬੰਧਿਤ ਹੈ? ਦੇਖੋ ਜੀ, ਅਸੀਂ ਡੀਸੀ ਲੈਵਲ ਤੱਕ ਅਸੀਂ ਕਿਸੇ ਨੂੰ ਨਹੀਂ ਮਿਲੇ, ਨਾ ਸਾਨੂੰ ਕੋਈ ਮਿਲਣ ਦਿੰਦਾ ਜੀ। ਅਸੀਂ ਬਹੁਤ ਹੋਰ ਮੁੱਦਿਆਂ ਤੇ ਕਿਸੇ ਵੀ ਅਧਿਕਾਰੀ ਨਾਲ ਮਿਲਣ ਜਾਂਦੇ, ਉਹਨਾਂ ਦੇ ਤੇ ਚੌਕੀਦਾਰ ਮਾਣ ਨਹੀਂ ਸਾਨੂੰ ਤਾਂ ਕਦੇ। ਇੱਥੇ ਹੁਣ ਪ੍ਰਧਾਨ ਮੰਤਰੀ ਸਾਹਿਬ ਆਏ ਸੀ, ਸਾਡੇ ਪਿੰਡ ਦੀ ਪੰਚਾਇਤ ਨੇ ਉਹ ਆਪਣੀ ਐਪਲੀਕੇਸ਼ਨ ਲਿਖ ਕੇ ਦਿੱਤੀ ਸੀ ਵੀ ਚਲੋ ਉਹਨਾਂ ਨੂੰ ਕਹਿ ਦਈਏ ਵੀ ਜੇ ਸਾਡੇ ਪਿੰਡ ਨੂੰ ਆ, ਸਾਡੇ ਇਲਾਕੇ ਨੂੰ ਤਾਂ ਨੌਕਰੀਆਂ ਦਿਓ। ਜਿਹੜੇ ਥੱਲੇ ਉਹਨਾਂ ਦੇ ਹੋਮਗਾਰਡ ਸਿਕਿਉਰਿਟੀ ਗਾਰਡ ਖੜੇ, ਉਹਨਾਂ ਨੇ ਐਪਲੀਕੇਸ਼ਨ ਲੈ ਕੇ ਰੱਖ ਲਈ, ਸਾਨੂੰ ਉੱਥੇ ਤੱਕ ਜਾਣੇ ਦਾ। ਪਿੰਡ ਦਾ ਜੋ ਸਰਪੰਚ ਹੈ ਉਹ ਇੱਕ ਮੋਤਬਰ ਬੰਦਾ ਏ, ਉਹਨੂੰ ਇੰਨਾ ਕੁ ਤਾਂ ਹੱਕ ਹੈਗਾ ਵੀ ਜਦੋਂ ਸਾਡੇ ਪਿੰਡ 'ਚ ਆਏ ਆ ਤੇ ਅਸੀਂ ਉਹਨਾਂ ਨੂੰ ਜਾ ਕੇ ਮਿਲ ਕੇ ਆਪਣਾ ਮੈਮੋਰੈਂਡਮ ਤਾਂ ਦੇ ਸਕੀਏ, ਪਰ ਨਹੀਂ, ਉਹਨਾਂ ਦੇ ਜਿਹੜੇ ਚੌਕੀਦਾਰ ਆ ਉਹੀ ਨਹੀਂ ਸਾਨੂੰ ਉਹ ਕਰਨ ਦਿੰਦੇ। ਤੇ ਹੁਣ ਫਿਰ ਤੁਸੀਂ ਕੀ ਮੰਗ ਕਰਦੇ ਹੋ? ਭਗਵੰਤ ਮਾਨ ਸਾਹਿਬ ਨੇ ਕਹਿੰਦੇ ਬਦਲਾਅ ਵਾਲੀ ਸਰਕਾਰ ਹੈ। ਦੇਖੋ, ਮਾਨ ਸਰਕਾਰ ਕਹਿੰਦੇ ਆ ਜੀ ਵੀ ਅਸੀਂ ਖੇਤੀ ਦਾ ਲਾਹੇਵੰਦ ਧੰਦਾ ਬਣਾਉਂਗੇ, ਪਰ ਜੇ ਹੁਣ ਇਹਨਾਂ ਫਸਲਾਂ ਦਾ ਸਾਨੂੰ ਮੁਆਵਜ਼ਾ ਨਹੀਂ ਮਿਲਦਾ, ਸਾਨੂੰ ਨਹੀਂ ਲੱਗਦਾ ਵੀ ਇਹ ਲਾਹੇਵੰਦ ਧੰਦਾ ਹੋਊਗਾ। ਸਾਨੂੰ ਤਾਂ ਲੱਗਦਾ ਵੀ ਸਾਨੂੰ ਇੱਥੋਂ ਜ਼ਮੀਨਾਂ ਵੇਚ ਕੇ ਆਪਣੇ ਜੋ ਵੀ ਪਰਿਵਾਰ ਹੈ ਉਹ ਬਾਹਰੇ ਲੈ ਕੇ ਜਾਣੇ ਪਊਗੇ। ਉਹ ਤੋਂ ਬਾਅਦ ਦੂਜੀਆਂ ਗੱਲਾਂ ਇਹ ਹੈ, ਉਹ 'ਚ ਜਿਹੜਾ ਹੁਣ ਲਾਹੇਵੰਦ ਹੈ ਵੀ ਪਰਿਵਾਰ ਧੰਦਾ ਬਣਾਉਂਗੇ, ਕਦੋਂ ਬਣਾਉਣਗੇ? ਜਦੋਂ ਜ਼ਿਮੀਂਦਾਰ ਸਾਰੇ ਆਪਣੇ ਖੇਤੀਬਾੜੀ ਛੱਡ ਕੇ ਬਾਹਰ ਚਲੇ ਜਾਣਗੇ, ਫਿਰ ਉਹ ਤੋਂ ਬਾਅਦ ਬਣੂਗਾ ਇਹ। ਸਾਡੀ ਤਾਂ ਅਪੀਲ ਇਹੀ ਹੈ ਵੀ ਜੇ ਕਿਸੇ ਦਾ ਕੋਈ ਨੁਕਸਾਨ ਹੁੰਦਾ ਤਾਂ ਉਹਦੀ ਮਦਦ ਕਰੀ ਜਾਵੇ ਵੱਧ ਤੋਂ ਵੱਧ ਸਰਕਾਰ ਵੱਲੋਂ। ਸੋ ਬਿਲਕੁਲ ਜਿਵੇਂ ਕਿ ਪਿੰਡ ਵਾਲਿਆਂ ਨਾਲ ਵੀ ਗੱਲਬਾਤ ਕੀਤੀ ਹੈ, ਤੁਹਾਨੂੰ ਜਾਂਦੇ ਜਾਂਦੇ ਆਖਰੀ ਵਾਰ ਫਿਰ ਤਸਵੀਰਾਂ ਦਿਖਾ ਦਿੰਦੇ ਆ। ਫਸਲ ਵਾਹੀ ਜਾ ਰਹੀ ਹੈ ਪੂਰੇ ਹਲਕੇ ਦੇ ਵਿੱਚ, ਜਾਣੀ ਕਿ ਖਰੜ ਹਲਕੇ ਜਿਹੜਾ ਕਸਬਾ ਪੈਂਦਾ ਹੈ ਮੁੱਲਾਂਪੁਰ, ਤਕਰੀਬਨ ਉੱਥੇ 100 ਤੋਂ 150 ਕਿੱਲਾ ਜਿਹੜਾ ਜ਼ਮੀਨ ਹੈ ਉਹ ਖਰਾਬ ਹੋ ਚੁੱਕੀ ਹੈ ਬੀਜ ਦੀ ਕਮੀ ਕਰਕੇ, ਜਾਂ ਕਹਿੰਦੇ ਸਪਰੇਹਾਂ ਦੀ ਕਮੀ ਹੈ, ਜਿਹਦੇ ਕਰਕੇ ਬਹੁਤ ਹੀ ਲੱਖਾਂ ਦਾ, ਕਰੋੜਾਂ ਦਾ ਜਿਹੜਾ ਕਿ ਇੱਥੇ ਨੁਕਸਾਨ ਹੋਇਆ ਆ। ਪਿੰਡ ਵਾਲੇ ਮੰਗ ਕਰਦੇ ਨੇ ਕਿ ਸਾਡੀ ਭਗਵੰਤ ਮਾਨ ਸਾਹਿਬ ਨੂੰ ਅਪੀਲ ਹੈ ਕਿ ਉਹ ਸਾਡੇ ਪਿੰਡ ਦੀ ਜਿਹੜੀ ਆ ਘਟਨਾ ਵਾਪਰੀ ਹੈ ਵੀ ਇੱਕ ਪੁੱਤਾਂ ਵਾਂਗੂ ਫਸਲ ਪਾਲ ਕੇ ਇੱਥੇ ਤੱਕ ਪਹੁੰਚਦੇ ਆ। ਬੰਦੇ ਨੇ ਸੋਚਿਆ ਹੁੰਦਾ ਵੀ ਐਤਕੀ ਆਹ ਫਸਲ ਵੇਚ ਕੇ ਅਸੀਂ ਮੰਡੀ ਫਸਲ ਸੁੱਟ ਕੇ ਉਸ ਤੋਂ ਬਾਅਦ ਆਹ ਕਰਾਂਗੇ, ਘਰ ਦੇ ਵਿੱਚ ਆਹ ਚੀਜ਼ ਬਣਾਵਾਂਗੇ ਜਾਂ ਬੱਚਿਆਂ ਵਾਸਤੇ ਇਦਾਂ ਕਰਾਂਗੇ, ਪਰ ਇਹਨਾਂ ਦਾ ਬਹੁਤ ਵੱਡਾ ਜਿਹੜਾ ਕਿ ਦੁੱਖ ਵਾਲੀ ਘੜੀ ਹੈ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਆ। ਦੇਖਾਂਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ, ਭਗਵੰਤ ਮਾਨ ਸਰਕਾਰ ਇਹਨਾਂ ਨੂੰ ਕੀ ਇਹਨਾਂ ਦੇ ਹੱਕ ਦੇ ਵਿੱਚ ਆਉਂਦੀ ਹੈ, ਇਹਨਾਂ ਦੇ ਲਈ ਕੋਈ ਫਾਇਦਾ ਕਰਦੀ ਹੈ, ਜਿਹੜਾ ਇਹਨਾਂ ਦਾ ਨੁਕਸਾਨ ਹੁੰਦਾ ਉਹਦੀ ਭਰਪਾਈ ਕਰਦੀ ਹੈ ਕਿ ਨਹੀਂ। ਕੈਮਰਾਮੈਨ ਸ਼ਰਦ ਦੇ ਨਾਲ ਹਰਜੀਤ ਮਠਾੜੂ, 10 ਅਮਰ ਨਿਊਜ਼, ਚੰਡੀਗੜ੍ਹ।